recording on। हाँ जी बेटा। So electric quadrupole movement के केस में की होएगा। So in spherical nucleus center of mass and center of charge हमेशा coincide करते हैं। So dipole movement is quadrupole movement गलती ना लिखा गया, quadrupole movement होना चाहिए। quadrupole movement जेड थोड़ी जीरो होएगी। And so no information about the nucleus होएगा। So departure of charge distribution from spherical symmetry it will give rise to quadrupole movement। तो क्वाड्रुपल मूवमेंट अगर आप एक्सपेरिमेंटली इन्हें वेरीफाई भी कर सकते हैं, तो अगर किसी न्यूक्लियस की क्वाड्रुपल मूवमेंट अगर पॉजिटिव या नेगेटिव एग्जिस्ट करती है अदर देन जीरो, तो उस केस में आप मन की चल सकते हैं कि न्यूक्लियस जेड़ा स्फेरिकल नहीं है, इट मे बी ऑब्लेट, इट मे बी प्रोलेट और इट मे बी समथिंग एल्स। सो एक सिंपल जी डायग्राम बनाई हुई है बेटा ਤੁਹਾਡੀ ਸਕਰੀਨ ਦੇ ਉੱਪਰ, ਇਹ 3D डायग्राम है। तो ਇਹਦੇ ਵਿੱਚ x y z ਤੁਹਾਡੇ ਕੋਲ ਕੋਆਰਡੀਨੇਟ ਸਿਸਟਮ ਦਿੱਤਾ ਹੋਇਆ ਹੈ। तो ਸਪੋਜ਼ ਕਰੋ ਅਗਰ ਤੁਹਾਡਾ ਜਿਹੜਾ ਚਾਰਜ ਹੈ ਉਹ ਸੈਂਟਰ ਤੇ ਨਾ ਹੋ ਕੇ ਦੈਟ ਇਜ਼ ਸੈਂਟਰ ਆਪਣਾ ਉਹ ਪੁਆਇੰਟ ਦੇ ਨਾਲ ਡਿਨੋਟ ਕੀਤਾ ਹੋਇਆ ਹੈ। ਅਗਰ ਤੁਹਾਡਾ ਚਾਰਜ ਜਿਹੜਾ ਹੈ ਉਹ ਸੈਂਟਰ ਤੇ ਨਹੀਂ ਹੈ ਐਂਡ ਇਟ ਇਜ਼ ਐਟ ਸਮ ਪੁਆਇੰਟ ਦੈਟ ਇਜ਼ d और समथिंग लाइक दैट, मतलब कि अगर अपना सेंटर ऑफ मास एंड सेंटर ऑफ चार्ज कोइंसाइड नहीं करता, इट इज एट अ डिफरेंट पॉइंट दैट इज मार्क्ड एज डॉट, ਤਾਂ ਉਹਨੂੰ ਉਹਦੀ ਕਰਕੇ ਆਪਾਂ ਇੱਕ ਡਿਫਰੈਂਟ ਪੁਆਇੰਟ ਦੇ ਉੱਪਰ ਆਪਾਂ ਉਹਦਾ ਪੋਟੈਂਸ਼ੀਅਲ ਵਗੈਰਾ ਜਿਹੜਾ ਹੋਏਗਾ ਇਟ ਵਿਲ ਬੀ ਸਮਥਿੰਗ ਦੈਟ ਵੀ ਕੈਨ ਰਿਡਿਊਸ। ਠੀਕ ਹੈ ਜੀ। ਸੋ ਇਸ ਕਰਕੇ ਆਪਾਂ ਇਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੁਆਇੰਟ ਦੇ ਉੱਪਰ ਜਿਹੜਾ ਚਾਰਜ ਬੈਠਾ ਹੋਇਆ ਉਹਦੇ ਕਰਕੇ P ਪੁਆਇੰਟ ਦੇ ਉੱਪਰ ਪੋਟੈਂਸ਼ੀਅਲ ਕਿਸ ਤਰ੍ਹਾਂ ਦਾ ਹੋਏਗਾ। ਸੋ ਇਹਨੂੰ ਆਪਾਂ ਡਾਇਰੈਕਟਲੀ ਜਿਹੜਾ P ਨੂੰ ਫੇਸਿੰਗ ਜਿਹੜਾ ਪੁਆਇੰਟ ਹੈ ਦੈਟ ਇਜ਼ R0 ਹੈ। ਅਗਰ ਇਹਨੂੰ ਐਕਸਿਸ ਜੁਆਇਨ ਕਰਾਂਗੇ ਦੈਟ ਇਜ਼ ਕੈਪੀਟਲ R। अगर इनू आप प्रोजेक्ट करांगे ऑन XYZ एक्सिस तो उस केस विच A X Y एंड Z आ जाएगा। सो डायरेक्ट जेड़ा पोजीशन कोऑर्डिनेट है दैट इज R आ जाएगा। सो ये अपने को सिंपल जी डायग्राम बनी हुई है बेटा, ਇਹਦੇ ਵਿੱਚ ਜ਼ਿਆਦਾ ਕੋਈ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ। ਹੁਣ ਆਪਾਂ ਨੂੰ ਕੋਲ ਇਹ ਚੀਜ਼ ਮੈਂ ਰਿਪੀਟ ਵੀ ਕੀਤੀ ਹੋਈ ਹੈ। ਸੋ ਅਗਰ ਆਪਣੇ ਕੋਲ ਉਹ ਪੁਆਇੰਟ ਦੇ ਨਾਲ ਅਗਰ ਪੁਆਇੰਟ ਜਿਹੜਾ ਤੁਹਾਡੇ ਕੋਲ ਦੈਟ ਇਜ਼ ਨਾਟ ਮਾਰਕਡ, ਅਗਰ ਡਾਟ ਜਿਹੜੀ ਹੈ ਉਸ ਪੁਆਇੰਟ ਦੇ ਉੱਪਰ ਤੁਹਾਡਾ ਚਾਰਜ ਪਿਆ ਹੋਇਆ ਹੈ, ਇਸ ਕਰਕੇ ਆਪਾਂ P ਪੁਆਇੰਟ ਦੇ ਉੱਪਰ ਡਾਇਰੈਕਟਲੀ ਆਪਾਂ ਪੋਟੈਂਸ਼ੀਅਲ ਫਾਈਂਡ ਆਊਟ ਕਰਾਂਗੇ। ਇਟ ਵਿਲ ਬੀ ਹੈਵਿੰਗ ਅ 1/r डिपेंडेंस। सो V should be equal to potential, it will be equal to 1/4 pi epsilon naught small of E and divided by R0। तो जेड़ा चार्ज है that is E, चाहे प्रोटॉन है चाहे कोई भी चार्ज पार्टिकल है ਉਹਦੇ ਕਰਕੇ पॉइंट P ਦੇ ਉੱਪਰ ਜਿਹੜਾ ਚਾਰਜ ਹੋਏਗਾ it will be 1/R0। सो डायरेक्टली ਤੁਸੀਂ ਪਲੱਸ 2 ਦੇ ਬੁੱਕ ਦੇ ਵਿੱਚ ਇਹਨੂੰ ਆਇਡੈਂਟੀਫਾਈ ਕਰ ਸਕਦੇ ਹੋ। ਪਲੱਸ 2 ਦੀ ਬੁੱਕ ਦੇ ਵਿੱਚ ਥਰਡ ਚੈਪਟਰ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਦਿੱਤਾ ਹੋਇਆ। ਸੋ ਇਹਦੇ ਵਿੱਚ ਕੀ ਹੈ ਬੇਟਾ, ਅਗਰ R0 ਨੂੰ ਆਪਾਂ ट्रायंगल लॉ ਦੇ ਨਾਲ ਆਪਾਂ ਇਹਨੂੰ ਆਇਡੈਂਟੀਫਾਈ ਕਰੀਏ ਤਾਂ ਕਿਸ ਤਰ੍ਹਾਂ ਹੈਂਡਲ ਕਰ ਸਕਦੇ ਹਾਂ। 1/4 pi epsilon naught E divided by R0 ਕਰਾਂਗੇ। ਸੋ ਲੈਟ ਮੀ ਇੱਕ ਮਿੰਟ ਬੇਟਾ ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਦੁਬਾਰਾ ਕੰਟੀਨਿਊ ਕਰਾਂਗੇ। हाँ जी बेटा। सो 1/4 pi epsilon naught ਜਿਹੜਾ ਹੈ ਉਸ ਨੂੰ ਆਪਾਂ ਕੰਟੀਨਿਊ ਕਰ ਰਹੇ ਹਾਂ। ਉਹਦੇ ਵਿੱਚ ਕੀ ਹੈ ਜਿਹੜਾ R0 ਹੈ ਇਹਨੂੰ ਆਪਾਂ ਟ੍ਰਾਇੰਗਲ ਲਾਅ ਦੇ ਨਾਲ ਇਹਨੂੰ ਆਇਡੈਂਟੀਫਾਈ ਕਰ ਸਕਦੇ ਹਾਂ। ਸੋ ਇਟ ਵਿਲ ਬੀ R ਸਕੁਅਰ प्लस कैपिटल R स्क्वायर माइनस 2R into R मल्टीप्लाइड बाय cos थीटा। cos थीटा की है ਜਿਹੜਾ ਸੈਂਟਰ ਦੇ ਨਾਲ ਉਹਦਾ ਥੀਟਾ ਐਂਗਲ ਬਣੇਗਾ। ਸੋ ਇਹਨੂੰ ਆਇਡੈਂਟੀਫਾਈ ਕਰ ਸਕਦੇ ਹਾਂ। ਪਲੱਸ 2 ਦਾ ਕਨਸੈਪਟ ਹੈ ਜਿਹੜਾ ਮੈਥਮੈਟਿਕਸ ਦੇ ਵਿੱਚ ਡਿਸਕਸ ਹੁੰਦਾ ਦੈਟ ਇਜ਼ ਟ੍ਰਾਇੰਗਲ ਆਫ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਹੈ R ਸਕੁਅਰ ਨੂੰ ਬਾਹਰ ਕਰ ਲੈਂਦੇ ਹਾਂ ਬਿਕਾਜ਼ R ਸਕੁਅਰ ਹੈ ਤੁਹਾਡੇ ਉੱਪਰ ਸਕੁਅਰ ਰੂਟ ਪਿਆ ਹੋਇਆ ਹੈ, ਇਸ ਕਰਕੇ ਇਹਨੂੰ R ਸਕੁਅਰ ਨੂੰ ਜਾਂ ਸਕੁਅਰ ਰੂਟ ਨਾਲ ਮਲਟੀਪਲਾਈ ਕਰੋਗੇ ਤਾਂ R ਸਿਰਫ कैपिटल R सिंगल ही बाहर आएगा। सो बाकी सारा पार्ट एज सच है। ਉਹਦੇ ਵਿੱਚੋਂ ਕੀ ਹੈ 1 plus x ਜਿਹੜੀ ਪਾਇਥਾਗੋਰਸ ਥਿਊਰਮ ਹੁੰਦੀ ਹੈ, मैं लिखा नहीं होया बेटा, इसको नोट डाउन कर सकते हो। 1 plus x raised to power n जेड़ा हुंदा है it can be identified with 1 plus nx plus n into n minus 1 into x square divided by square root 2। so ਇਹਨਾਂ ਨੂੰ ਇਹ ਸੀਰੀਜ਼ ਬਣੇਗੀ। so this is just like a binomial series ਜਿਹਦੇ ਵਿੱਚ ਆਪਾਂ ਇਹਨੂੰ ਆਇਡੈਂਟੀਫਾਈ ਕਰ ਸਕਦੇ ਹਾਂ। ਫਿਰ ਇਹਨੂੰ ਨਿਊਮਰੇਟਰ ਵਿੱਚ ਲੈ ਕੇ ਗਏ ਹੋਏ 1 plus x ਦਾ ਕਨਸੈਪਟ ਆ ਗਿਆ। पावर की है बेटा n ਦਿੱਤੀ ਹੋਈ ਹੈ। ਸੋ ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਬਾਇਨੋਮੀਅਲ ਐਕਸਪੈਂਸ਼ਨ ਦੇ ਨਾਲ ਤਾਂ -1/2 ਅੱਗੇ ਆ ਜਾਏਗਾ ਆਟੋਮੈਟਿਕਲੀ ਐਂਡ ਉਹਦੀ ਸੀਰੀਜ਼ ਅਰਾਈਜ਼ ਕਰੇਗੀ। ਸੋ ਨੈਕਸਟ ਟਾਈਮ ਜਦੋਂ ਇਹਨੂੰ ਆਪਾਂ ਓਪਨ ਕਰਾਂਗੇ ਇਟ ਵਿਲ ਬੀ ਬਾਇਨੋਮੀਅਲ ਐਕਸਪੈਂਸ਼ਨ ਦੇ ਨਾਲ E divided by 4 pi epsilon naught multiplied by R it will be 1 plus पर ਜਿਹੜੀ ਪਾਵਰ ਪਈ ਹੋਈ ਹੈ ਬੇਟਾ ਪਾਵਰ 1 plus nx ਆ ਜਾਏਗਾ। ਸੋ n ਜਿਹੜਾ ਹੈ ਉਹ ਡਾਇਰੈਕਟਲੀ ਅੱਗੇ ਆ ਜਾਏਗਾ। ਸੋ ਇਟ ਵਿਲ ਬੀ 1 -1/2 ਡਾਇਰੈਕਟਲੀ ਇਹਦੇ ਨਾਲ ਮਲਟੀਪਲਾਈ ਹੋ ਜਾਏਗਾ। ਨੈਕਸਟ ਟਾਈਮ ਜਿਹੜਾ ਆਏਗਾ ਜਿਹੜੀ ਅਗਲੀ ਸੀਰੀਜ਼ ਹੈ ਉਹਦੇ ਵਿੱਚ ਜਿਹੜੀ n into n minus 1 divided by factorial of 2 multiplied by x square। ਸੋ ਇਹਦਾ ਸਕੁਅਰ ਹੋ ਜਾਏਗਾ, ਇਹਦੀ -1 ਇੱਕ ਹੋਰ ਐਡ ਹੋ ਜਾਏਗੀ ਪਾਵਰ सॉरी नॉट पावर न्यूमरेटर ਦੇ ਵਿੱਚ ਆ ਜਾਏਗਾ डिवाइडेड बाय फैक्टोरियल 2 ਹੋ ਜਾਏਗਾ। ਇਸ ਤੋਂ ਅੱਗੇ ਜਾਓਗੇ ਤਾਂ ਬੇਟਾ ਅਗਲੀ ਨੈਕਸਟ ਸੀਰੀਜ਼ ਦੇ ਵਿੱਚ n into n minus 1 into n minus 2 divided by factorial 3 and ਇਹਦਾ ਕਿਊਬ ਹੋ ਜਾਏਗਾ। ਸੋ ਇਹ ਸੀਰੀਜ਼ ਲਗਾਤਾਰ ਚੱਲਦੀ ਰਹੇਗੀ ਜਦੋਂ ਤੱਕ ਆਪਾਂ ਕੰਟੀਨਿਊ ਕਰਨਾ ਚਾਹते हैं। ਸੋ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਬੇਟਾ we will identify what is r square what is r cube। ਸੋ r square 1/r square 1/r cube ਦੇ ਸਾਰੇ ਦੇ ਫੈਕਟਰ ਆਪਾਂ ਆਇਡੈਂਟੀਫਾਈ ਕਰਾਂਗੇ ਡਿਫਰੈਂਟਲੀ। ਸੋ ਇਹਦੇ ਵਿੱਚ ਕੀ ਹੋ ਜਾਏਗਾ
ਆਪਣੇ ਕੋਲ ਜਿਸ ਵੇਲੇ ਇਹਨੂੰ ਓਪਨ ਅਪ ਕਰਨ ਦੀ ਕੋਸ਼ਿਸ਼ ਕਰਾਂਗੇ, ਮੈਂ ਓਪਨ ਅਪ ਕੀਤਾ ਹੋਇਆ, ਤੁਸੀਂ ਮੈਥਮੈਟੀਕਲ ਪ੍ਰੋਸੀਜਰ ਨੂੰ ਬੇਟਾ ਫੋਲੋ ਅਪ ਕਰ ਸਕਦੇ ਹੋ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਹੈਂਡਲ ਕਰਾਂਗੇ। ਸੋ ਇਹਦੇ ਵਿੱਚ ਕੀ ਹੈ, ਜਦੋਂ ਇਹਨੂੰ ਜਿਹੜਾ E/4πε0 ਇਨਟੂ r ਹੈ, ਇਹ ਜਿਹੜਾ 1/4πε0 ਹੈ, ਇਹ ਐਸਆਈ ਯੂਨਿਟ ਦੇ ਵਿੱਚ ਆਉਂਦਾ ਹੈ। ਜਦੋਂ ਆਪਾਂ ਸੀਜੀਐਸ ਦੇ ਵਿੱਚ ਕਨਵਰਟ ਕਰਦੇ ਤਾਂ ਇਹਦੀ ਵੈਲਿਊ ਹਮੇਸ਼ਾ 1 ਹੋ ਜਾਂਦੀ ਹੈ। ਸੋ ਇਹਨੂੰ ਜਦੋਂ ਮਲਟੀਪਲਾਈ ਕਰੋਗੇ ਤਾਂ ਉਸ ਤੋਂ ਬਾਅਦ ਆਪਾਂ ਸੀਜੀਐਸ ਯੂਨਿਟ ਵਿੱਚ ਲੈ ਕੇ ਜਾਵਾਂਗੇ। तो ਇਹਨੂੰ ਜਦੋਂ ਮਲਟੀਪਲਾਈ ਕਰੋਗੇ ਤਾਂ ਸਾਰੇ ਦੇ ਸਾਰੇ ਜਿਹੜੇ ਕਨਸੈਪਟ ਹੈ ਉਹਨੂੰ ਆਪਾਂ ਸਿੰਗਲ ਹੈਂਡਲ ਕਰ ਸਕਦੇ ਹਾਂ। ਸੋ ਇਹਦੇ ਵਿੱਚ ਆਪਣੇ ਕੋਲ ਅਲਟੀਮੇਟਲੀ ਕੀ ਆ ਗਿਆ ਬੇਟਾ, ਇੱਕ r ਵਾਲਾ ਫੈਕਟਰ ਆ ਗਿਆ, ਇੱਕ r ਸਕੁਅਰ ਦਾ ਫੈਕਟਰ ਆ ਗਿਆ, ਇੱਕ ਆਪਣੇ ਕੋਲ r ਕਿਊਬ ਦਾ ਫੈਕਟਰ ਆ ਗਿਆ, ਉਸ ਤੋਂ ਬਾਅਦ r4 ਦਾ ਫੈਕਟਰ ਆ ਗਿਆ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਆਪਾਂ ਇਹਨੂੰ ਸੀਜੀਐਸ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਜਿਸ ਦੇ ਨਾਲ ਕੀ ਹੋਏਗਾ 1/4πε0 ਆਟੋਮੈਟਿਕਲੀ ਯੂਨਿਟੀ ਬਣ ਜਾਏਗਾ। ਸੋ ਆਪਣੇ ਕੋਲ ਕੀ ਬਚਿਆ E/r, E into r cos theta divided by r square, E into 4πε0 multiplied by this factor into 1/r cube. So r square, r cube and so on ਤੁਹਾਡੇ ਕੋਲ ਫੈਕਟਰ ਅਰਾਈਜ਼ ਹੁੰਦੇ ਜਾਣਗੇ। ਸੋ ਹੇਅਰ ਇਹਦੇ ਵਿੱਚ ਜਿਹੜੀ ਮੇਨ ਚੀਜ਼ ਹੈ ਤੁਹਾਡੇ ਕੋਲ ਕੀ ਹੈ ਬੇਟਾ, ਫਸਟ ਜਿਹੜੀ ਟਰਮ ਹੈ that is E, ਇਸ ਦੇ ਵਿੱਚ ਸਿਰਫ ਇੱਕ ਯੂਨਿਟ ਚਾਰਜ ਦਿੱਤਾ ਹੋਇਆ, ਇਹਨੂੰ ਆਪਾਂ ਮੋਨੋਪੋਲ ਮੂਵਮੈਂਟ ਦਾ ਨਾਮ ਦਿੰਦੇ ਹਾਂ। ਪਲੀਜ਼ ਰਿਮੈਂਬਰ ਇਟ ਇਜ਼ ਅ ਮੋਨੋਪੋਲ ਮੂਵਮੈਂਟ। ਮੋਨੋਪੋਲ ਵਿੱਚ ਕੀ ਹੋਏਗਾ ਬੇਟਾ, ਬਰੀਥਿੰਗ ਮੋਡ ਆ ਜਾਂਦਾ ਹੈ। ਨਿਊਕਲੀਅਸ ਜਿਸ ਤਰ੍ਹਾਂ ਆਪਾਂ ਸਾਹ ਲੈਂਦੇ ਹਾਂ, ਇਟ ਇਜ਼ ਜਸਟ ਲਾਈਕ ਦੈਟ। ਵੀ ਨਿਊਕਲੀਅਸ ਥੋੜਾ ਵੱਡਾ ਹੋਏਗਾ, ਉਸ ਤੋਂ ਬਾਅਦ ਸ਼ਰਿੰਕ ਕਰੇਗਾ, ਫਿਰ ਬਿਗਰ ਹੋਏਗਾ, ਫਿਰ ਸ਼ਰਿੰਕ ਕਰੇਗਾ। ਇਟ ਇਜ਼ ਜਸਟ ਲਾਈਕ ਅ ਬਰੀਥਿੰਗ ਮੋਡ ਆਫ ਦੀ ਨਿਊਕਲੀਅਸ। ਸੋ ਉਹਦੇ ਵਿੱਚ ਕੇਸ ਵਿੱਚ a ਨੂੰ E/r ਦੀ ਟਰਮ ਆ ਜਾਂਦੀ ਹੈ। ਨੈਕਸਟ ਟਰਮ ਹੈ E into r into cos theta divided by r square। ਸੋ ਤੁਸੀਂ ਪੜ੍ਹ ਸਕਦੇ ਹੋ ਬੇਟਾ E into r ਦਾ ਕਨਸੈਪਟ ਹੈ ਚਾਰਜ ਮਲਟੀਪਲਾਈਡ ਬਾਈ ਦੀ ਡਿਸਟੈਂਸ। ਇਹਨੂੰ ਆਪਾਂ ਕੀ ਬੋਲਦੇ ਹਾਂ ਬੇਟਾ, ਡਾਇਪੋਲ ਮੂਵਮੈਂਟ ਬੋਲਿਆ ਜਾਂਦਾ ਹੈ। ਇਸ ਕਰਕੇ ਡਾਇਪੋਲ ਮੂਵਮੈਂਟ ਵਾਲੀ ਟਰਮ ਹੋ ਜਾਏਗੀ। ਸੋ 1/r ਤੁਹਾਡਾ ਬਰੀਥਿੰਗ ਮੋਡ ਹੋ ਗਿਆ। ਇਟ ਇਜ਼ ਕਾਲਡ ਮੋਨੋਪੋਲ ਮੂਵਮੈਂਟ। E into r divided by r square ਵਾਲੀ ਟਰਮ ਜਿਹੜੀ ਹੈ, ਸੋ r square ਵਾਲੀ ਡਿਪੈਂਡੈਂਸ will give rise to dipole movement। तो next term will give rise to quadruple movement। quadruple movement की हो जाएगी बेटा, जिस वेले ਤੁਹਾਡੇ ਕੋਲ चार्ज asymmetry arise होएगी। सो r क्यूब वाली टर्म quadruple movement ਨੂੰ arise करेगी। ਉਸ ਤੋਂ ਬਾਅਦ octupole movement ਆ ਜਾਏਗੀ। ਸੋ ਇਸ ਤੋਂ ਬਾਅਦ ਅਗਲੀ ਟਰਮ ਵੀ ਹੈ hexadecapole ਵੀ ਆ ਜਾਏਗੀ। ਸੋ ਇਹ ਸਾਰੀਆਂ ਦੀ ਸਾਰੀਆਂ ਟਰਮਸ ਅਰਾਈਜ਼ ਹੁੰਦੀਆਂ ਜਾਣਗੀਆਂ। ਸੋ ਜਿੱਦਾਂ ਜਿੱਦਾਂ ਡਿਸਟੈਂਸ ਵਧੇਗਾ ਉਹਦੇ अगर ਤੁਹਾਡੇ ਕੋਲ डिस्टेंस स्मॉल है तो सारी टर्म्स वैलिड होंगी। अगर डिस्टेंस ज्यादा होएगा कैपिटल R, मतलब की है अगर अपना ਜਿਹੜੇ ਚਾਰਜ ਡਿਸਟ੍ਰੀਬਿਊਸ਼ਨ ਹੈ ਉਹ अगर डिस्टेंस ज्यादा है अपना तो उस केस ਦੇ ਵਿੱਚ r ਸਕੁਅਰ ज्यादा ने वैल्यू छोटी हो जाएगी, r क्यूब ਹੋਰ ਛੋਟੀ ਹੋ ਜਾਏਗੀ, r raised to power 4 ਹੋਰ ਛੋਟੀ ਹੋ ਜਾਏਗੀ। तो जितना डिस्टेंस ਵਧੇਗਾ ਉਹਦੇ ਕੰਪੈरेटिवली ਆਪਣੇ ਕੋਲ ਇਹ ਪੋਟੈਂਸ਼ੀਅਲ ਦਾ ਫਰਕ ਜਿਹੜਾ ਟਰਮਸ ਦਾ ਉਹ ਘਟਦਾ ਜਾਏਗਾ। ਸੋ ਸਿਗਨੀਫੀਕੈਂਸ ਆਫ ਟਰਮ ਜਿਹੜੀ ਹੈਗੀ ਹੈ ਉਹਦੇ ਡਿਪੈਂਡ ਕਰੇਗਾ ਤੁਹਾਡਾ ਡਿਸਟੈਂਸ ਕਿੰਨਾ ਹੈ। सो E into r square अपन दस देता है, क्वाड्रुपल मूवमेंट हो गया, E into r क्यूब ऑक्टुपोल मूवमेंट हो गया। सो कोएफिशिएंट ऑफ 1/r में सारी वैल्यूज लिख दी है, मैं बोलिया भी होया बेटा। सो इनु एक बारी नोट डाउन कर लो। तो उस तो बाद अपने कोल की आएगा बेटा q ਜਿਹੜਾ ਇਹਦੀ ਵੈਲਿਊ ਲਿਖੀ ਹੋਈ ਹੈ। ਸੋ ਇਹਦੇ ਨਾਲ ਇਸ ਦਾ ਇਹਨਾਂ ਸਾਰੀਆਂ ਟਰਮ ਦੇ ਨਾਲ 1/r ਦੇ ਨਾਲ ਟਰਮ ਜਿਹੜੀ ਹੋਏਗੀ ਉਹ ਮੋਨੋਪੋਲ ਹੋ ਜਾਏਗੀ। 1/r ਸਕੁਅਰ ਨਾਲ ਟਰਮ ਜਿਹੜੀ ਹੈ z ਕੰਪੋਨੈਂਟ ਆਫ ਡਾਇਪੋਲ ਮੂਵਮੈਂਟ ਲਿਖਿਆ ਜਾਏਗਾ। ਉਸ ਤੋਂ ਬਾਅਦ 1/r ਕਿਊਬ ਜਿਹੜਾ ਹੈ ਕੁਆਡਰੂਪਲ ਮੂਵਮੈਂਟ ਲਿਖਿਆ ਜਾਏਗਾ। ਸੋ 1/r4 ਆਕਟਾਪੋਲ ਮੂਵਮੈਂਟ ਲਿਖਿਆ ਜਾਏਗਾ। ਸੋ ਇਹਦੇ ਨਾਲ ਜਿਹੜੀ ਟਰਮਸ ਹੋਣਗੀਆਂ ਸਾਰੇ ਦੀ ਸਾਰੀਆਂ ਡਾਇਪੋਲ, ਕੁਆਡਰੂਪਲ, ਆਕਟਾਪੋਲ, ਹੈਕਸਾਡੈਕਪੋਲ ਐਂਡ ਮੋਨੋਪੋਲ ਇਹਨਾਂ ਸਾਰਿਆਂ ਨੂੰ ਕੋਰਸਪੋਂਡ ਕਰਨਗੀਆਂ। ਲੇਕਿਨ ਆਪਣੇ ਰੈਲੇਵੈਂਸੀ ਕਿਹੜੀ ਹੈ ਬੇਟਾ, ਆਪਾਂ ਕੁਆਡਰੂਪਲ ਮੂਵਮੈਂਟ ਨੂੰ ਡਿਸਕਸ ਕਰਨਾ ਜਿਹਦੇ ਵਿੱਚ ਆਪਣੇ ਕੋਲ r ਕਿਊਬ ਐਗਜ਼ਿਸਟ ਕਰਨਾ ਚਾਹੀਦਾ ਹੈ। ਸੋ ਕਿਊਬ ਜਿਹੜੀ ਕੁਆਡਰੂਪਲ ਮੂਵਮੈਂਟ ਵਾਲੀ ਟਰਮ ਹੈ ਉਹਦੇ ਵਿੱਚ ਆਪਣੇ ਕੋਲ ਜਿਹੜੀ ਟਰਮ ਹੈ ਉਹਦੇ ਵਿੱਚ ਆਪਣੇ ਕੋਲ q ਆ ਜਾਏਗਾ। ਸੋ ਪਲੀਜ਼ ਡੋंट ਅਨਮਿਊਟ, ਆਪਣੇ ਆਪ ਨੂੰ ਅਨਮਿਊਟ ਨਾ ਕਰੋ ਬੇਟਾ, ਬਾਰ-ਬਾਰ ਮੈਂ ਕਹਿ ਰਿਹਾ। ਠੀਕ ਹੈ ਜੀ, ਕੋਈ ਡਿਸਟਰਬੈਂਸ ਹੁੰਦੀ ਬੇਟਾ। ਸੋ ਇਹਦੇ ਵਿੱਚ ਆਪਣੇ ਕੋਲ ਬੇਟਾ ਆਪਣੇ ਕੋਲ ਆ ਜਾਏਗਾ ਕੁਆਡਰੂਪਲ ਮੂਵਮੈਂਟ E into r square 3/2 cos square theta minus 1/2 ਹੈ। ਉਸ ਤੋਂ ਬਾਅਦ ਇਹਦੇ ਵਿੱਚ cos theta ਦੀ ਵੈਲਿਊ ਆਪਾਂ ਪੁੱਟ ਕਰ ਸਕਦੇ ਹਾਂ, z/r ਹੁੰਦੀ ਹੈ, ਆਪਾਂ ਨੂੰ ਆਟੋਮੈਟਿਕਲੀ ਪਤਾ ਹੈ ਬਿਕੋਜ਼ ਚਾਰਜ ਡਿਸਟ੍ਰੀਬਿਊਸ਼ਨ ਆਪਾਂ ਲੈ ਕੇ ਚੱਲੇ ਆ। तो इन्हों अगर बैक पुट करोगे तो क्वाड्रुपल मूवमेंट की वैल्यू अपने को कुछ ना कुछ एग्जिस्ट करेगी। हुण इत्थे जिहड़ा मेन चीज पिक्चर ये है कि अगर अपने को अलोंग दी एक्सिस आपां गल करिए जां ओहदे परपेंडिकुलर एक्सिस की गल करिए तो उस केस दे विच हो सकता है अपने को इहदे साइंस दे विच फर्क होवे। सो आपां चेक कर सकते हैं पॉजिटिव एंड नेगेटिव साइंस ऑफ क्वाड्रुपल मूवमेंट। सो इट मे बी ए पॉजिटिव नंबर, इट मे बी ए नेगेटिव नंबर। अगर पॉजिटिव हो गया तो प्लेट शेप एग्जिस्ट करेगी, अगर नेगेटिव नंबर हो गया तो अपने को ऑब्लेट शेप एग्जिस्ट करेगी, अगर ए नंबर 0 हो गया तो अपने को स्फेरिकल सिमेट्री होल्ड करेगी। सो इस तरह दी कुछ ना कुछ टर्म्स अपने को आ जाएंगे। तो पॉजिटिव नंबर किस तरह आएगा जो आप अलोंग दी एक्सिस की गल करांगे, एक्स वाई 0 कर देंगे। सो जस्ट लाइक दैट एक्सिस अलोंग ही ਤੁਹਾਡਾ पॉइंट लाई कर रहा है, जस्ट लाइक ए स्ट्रेट लाइन।
तो उस केस क्वाड्रपल मूवमेंट का साइन जो पॉजिटिव आ जाएगा। नंबर मैटर नहीं करता लेकिन साइन ज्यादा मैटर करता है। नंबर जितना छोटा होएगा सिमेट्री उन्नी ही वध होएगी, नंबर जितना बड़ा होएगा सिमेट्री उन्नी ही घट होएगी, उन्नी ही इलांगेशन मतलब कि उसकी लेंथ ज्यादा हो जाएगी, सिमेट्री को रिटेन नहीं करेगा, स्फेरिकल नहीं रहेगा न्यूक्लियस। So protein, if the proton is situated at the nuclear equator, Z is equal to 0 and R is equal to R, उस केस ਦੇ ਵਿੱਚ ਤੁਹਾਡੇ ਕੋਲ ਜਿਹੜਾ ਸਾਈਨ ਹੈ ਉਹ 네ਗੇਟਿਵ ਆ ਜਾਏਗਾ। ਸੋ ਜਸਟ ਲਾਈਕ ਦਿਸ ਤੁਸੀਂ ਇਹਨੂੰ ਨੋਟ ਡਾਊਨ ਕਰ ਸਕਦੇ ਹੋ ਬੇਟਾ। ਸੋ ਜਿਹੜੀ ਤੁਹਾਡੇ ਕੋਲ ਕੁਆਡਰਪਲ ਮੂਵਮੈਂਟ ਹੋਏਗੀ, ਅਗਰ ਤੁਹਾਡੀ ਸਿਮੈਟਰੀ ਐਕਸਿਸ ਜਿਹੜੀ ਹੈ ਇਹ ਵਾਲੀ ਸਿਮੈਟਰੀ ਐਕਸਿਸ ਜਿਹੜੀ ਇੱਕ ਬਣੀ ਹੋਈ ਹੈ ਐਂਡ ਜਿਹੜੀ ਤੁਹਾਡੀ ਨਿਊਕਲੀਅਰ ਸ਼ੇਪ ਹੈ एंड ਉਹਦੀ ਜਿਹੜੀ ਐਕਸਿਸ ਬਣੀ ਹੋਈ ਹੈ ਇਟ ਇਜ਼ ਅਲੋਂਗ ਦੀ ਸੇਮ ਲਾਈਨ। मतलब ਕੀ ਹੈ ਅਗਰ ਤੁਹਾਡੀ ਨਿਊਕਲੀਅਸ ਦੀ ਸਿਮੈਟਰੀ ਐਂਡ ਸਿਮੈਟਰੀ ਐਕਸਿਸ ਦੋਨੋਂ ਕੋਇਨਸਾਈਡ ਕਰਦੇ ਹੈ ਤਾਂ ਆਪਣੇ ਕੋਲ ਕੋਰਿਲੇਟ ਸ਼ੇਪ ਹੋਏਗੀ। ਅਗਰ ਨਿਊਕਲੀਅਸ ਦੀ ਸਿਮੈਟਰੀ ਐਕਸਿਸ ਜਿਹੜੀ ਹੈ ਉਹ ਡਿਫਰੈਂਟ ਹੈ ਐਜ਼ ਕੰਪੇਅਰ ਟੂ ਤੁਹਾਡੀ ਸਿਮੈਟਰੀ ਐਕਸਿਸ, ਦੈਨ ਉਸ ਕੇਸ ਦੇ ਵਿੱਚ ਆਪਣੇ ਕੋਲ ਓਬਲੇਟ ਸ਼ੇਪ ਹੋਏਗੀ। ਸੋ ਪਲੀਜ਼ ਰਿਮੈਂਬਰ ਇਹਦੇ ਵਿੱਚ ਕਨਫਿਊਜ਼ਨ ਨਹੀਂ ਕਰਨਾ ਹੈ, ਬੱਚੇ ਬਹੁਤ ਕਨਫਿਊਜ਼ਨ ਕਰਦੇ हैं। ਸੋ ਇਹ ਚੀਜ਼ ਸੀਗੀ ਬੇਟਾ ਕੁਆਡਰਪਲ ਮੂਵਮੈਂਟ ਦੇ ਰਿਗਾਰਡਿੰਗ ਨਿਊਕਲੀਅਰ ਪ੍ਰੋਪਰਟੀਜ਼ ਸੀਗੀਆਂ। ਸੋ ਨਿਊਕਲੀਅਰ ਪ੍ਰੋਪਰਟੀਜ਼ ਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਹੈ ਬੇਟਾ ਕਿ ਆਪਣੇ ਕੋਲ ਕਿਸ ਤਰ੍ਹਾਂ ਪਤਾ ਲੱਗਦਾ ਕਿ ਨਿਊਟਰੋਨ ਐਂਡ ਪ੍ਰੋਟੋਨ ਥਿਊਰੀ ਹੀ ਕਰੈਕਟ ਹੈ। ਸੋ ਇਹਦੇ ਵਿੱਚ ਕਿਉਂਕਿ ਸਟਾਰਟਿੰਗ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਬਾਈ ਥਾਮਸਨ ਕਿ ਜਿਹੜਾ ਨਿਊਕਲੀਅਰ ਮਾਡਲ ਹੈ ਉਹਦੇ ਵਿੱਚ ਇਲੈਕਟ੍ਰੋਨਸ ਇਨਸਾਈਡ ਦੀ ਨਿਊਕਲੀਅਸ ਐਗਜ਼ਿਸਟ ਕਰਨੇ ਚਾਹੀਦੇ ਹੈ। तो ਉਹਦੇ ਵਿੱਚ ਜਿਹੜੇ ਬਣਾਈ ਡਾਕੂਮੈਂਟੇਸ਼ਨ ਕੀਤੀ ਗਈ ਸੀ ਉਹ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ। ਸੋ ਫਿਲਹਾਲ ਦੀ ਘੜੀ ਪ੍ਰੋਟੋਨ ਐਂਡ ਨਿਊਟਰੋਨ ਥਿਊਰੀ ਜਿਹੜੀ ਕਿ ਐਕਚੁਅਲ ਦੇ ਵਿੱਚ ਕਰੈਕਟ ਹੈ, ਉਹਦੇ ਵਿੱਚ ਉਹਦੇ ਰਿਗਾਰਡਿੰਗ ਜਿਹੜੇ ਉਹਦੇ ਫੈਕਟਸ ਦਿੱਤੇ ਹੋਏ ਆ ਜਿਹੜੇ ਉਹਦੀ ਕਰੈਕਟਨੈਸ ਨੂੰ ਇੰਡੀਕੇਟ ਕਰਦੇ ਉਹ ਆਪਾਂ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਕੀ ਹੈ, ਪਹਿਲਾ ਪੁਆਇੰਟ ਹੈ ਵੇਵ ਮਕੈਨੀਕਲ ਕੰਸੀਡਰੇਸ਼ਨ। ਸੋ ਵੇਵ ਮਕੈਨਿਕਸ ਦੇ ਵਿੱਚ ਕੀ ਆਏਗਾ, ਹਾਈਜ਼ਨਬਰਗ ਅਨਸਰਟੇਨਿਟੀ ਪ੍ਰਿੰਸੀਪਲ ਆ ਜਾਏਗਾ। ਸੋ ਆਪਾਂ ਨੂੰ ਪਤਾ ਹੈ ਬੇਟਾ ਕਿ ਨਿਊਕਲੀਅਸ ਦਾ ਜਿਹੜਾ ਸਾਈਜ਼ ਹੈ ਇਟ ਇਜ਼ ਆਫ ਦੀ ਆਰਡਰ ਆਫ 10⁻14 ਮੀਟਰ। ਸੋ ਰੇਡੀਅਸ ਜਿਹੜਾ ਹੈ ਇਹਦੇ ਬਰਾਬਰ ਹੋ ਜਾਏਗਾ, ਇਹਨੂੰ 2 ਟਾਈਮਸ ਕਰ ਦਿਓਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਨਿਊਕਲੀਅਸ ਦਾ ਡਾਇਆਮੀਟਰ ਆ ਜਾਏਗਾ। ਸੋ ਨਿਊਕਲੀਅਸ ਦਾ ਅਗਰ ਨਿਊਕਲੀਅਮ ਜਿਹੜਾ ਹੈ ਨਿਊਟਰੋਨ ਜਾਂ ਪ੍ਰੋਟੋਨ ਹੈ ਅਗਰ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਕਰੇਗਾ ਤਾਂ ਨਿਊਕਲੀਅਸ ਦੇ ਸਾਈਜ਼ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇਸ ਕਰਕੇ ਜਿਹੜੀ ਅਨਸਰਟੇਨਿਟੀ ਇਨ ਪੋਜੀਸ਼ਨ ਹੋਏਗੀ ਆਫ ਦੀ ਨਿਊਕਲੀਅਨ ਤਾਂ ਇਟ ਸ਼ੁੱਡ ਬੀ 2 × 10⁻14 ਮੀਟਰ। ਸੋ ਮਤਲਬ ਜਿਹੜਾ ਨਿਊਕਲੀਅਸ ਹੈ ਉਹਦੇ ਅੰਦਰ ਹੀ ਤੁਹਾਡਾ ਨਿਊਟਰੋਨ ਜਾਂ ਪ੍ਰੋਟੋਨ ਰਹਿਣਾ ਚਾਹੀਦਾ ਹੈ। ਸੋ ਅਨਸਰਟੇਨਿਟੀ ਇਨ ਦੀ ਨਿਊਟਰੋਨ ਔਰ ਪ੍ਰੋਟੋਨ ਪੋਜੀਸ਼ਨ ਵਿਲ ਬੀ ਇਕੁਅਲ ਟੂ ਦਿਸ ਮਚ। ਉਸ ਤੋਂ ਬਾਅਦ ਕੀ ਹੈ, ਸੋ ਅਗਰ ਆਪਾਂ ਹਾਈਜ਼ਨ ਅਨਸਰਟੇਨਿਟੀ ਪ੍ਰਿੰਸੀਪਲ ਲਗਾ ਲਈਏ ਤਾਂ ਅਗਰ ਪੋਜੀਸ਼ਨ ਦੀ ਅਨਸਰਟੇਨਿਟੀ ਪਤਾ ਹੈ ਤਾਂ ਆਪਾਂ ਮੋਮੈਂਟਮ ਦੀ ਅਨਸਰਟੇਨਿਟੀ ਕੱਢ ਸਕਦੇ ਹਾਂ। ਇਟ ਵਿਲ ਬੀ ਇਕੁਅਲ ਟੂ h ਕ੍ਰਾਸ ਡਿਵਾਈਡਡ ਬਾਈ ਡੈਲਟਾ x। ਸੋ ਆਪਾਂ ਨੂੰ ਆਟੋਮੈਟਿਕਲੀ ਪਤਾ ਹੈ ਅਨਸਰਟੇਨਿਟੀ ਪ੍ਰਿੰਸੀਪਲ ਕੀ ਹੁੰਦਾ, ਡੈਲਟਾ x × ਡੈਲਟਾ p ਇਕੁਅਲ ਟੂ h ਕ੍ਰਾਸ ਦੇ ਬਰਾਬਰ ਹੁੰਦਾ ਹੈ। h ਕ੍ਰਾਸ ਦੀ ਵੈਲਿਊ ਆਪਾਂ ਨੂੰ ਪਤਾ ਹੈ 1.05 × 10⁻34 ਜੂਲ ਸੈਕਿੰਡ ਦੇ ਬਰਾਬਰ ਹੁੰਦੀ ਹੈ। ਐਂਡ ਉਸ ਤੋਂ ਬਾਅਦ ਆਪਣੇ ਕੋਲ 2 × 10⁻14 ਆਪਾਂ ਨੋਟ ਡਾਊਨ ਕੀਤਾ ਹੋਇਆ ਜਿਹੜਾ ਦੈਟ ਇਜ਼ ਡੈਲਟਾ x, ਉਹਦੇ ਆਪਾਂ ਪੁੱਟ ਡਾਊਨ ਕਰੀਏ ਇਟ ਸ਼ੁੱਡ ਬੀ ਇਕੁਅਲ ਟੂ 0.527 × 10⁻20 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ। ਸੋ ਅਗਰ ਇਹਨੂੰ ਆਪਾਂ ਕਨਵਰਟ ਕਰਾਂਗੇ એનર્ਜੀ ਦੀ ਫਾਰਮ ਦੇ ਵਿੱਚ ਮੋਮੈਂਟਮ ਨੂੰ ਤਾਂ ਉਸ ਕੇਸ ਦੇ ਵਿੱਚ ਆ ਜਾਏਗਾ ਆਪਣੇ ਕੋਲ E = p² c² + m² c4 ਅੰਡਰ ਦੀ ਰੂਟ। ਸੋ ਆਇਨਸਟਾਈਨ ਦੀ ਇਕੁਏਸ਼ਨ ਦਿੱਤੀ ਹੋਈ ਹੈ, ਇਹ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦਾ ਪਾਰਟ ਹੈ। तो इस ਤੁਸੀਂ ਕਿਤੇ ਨਾ ਕਿਤੇ ਪੜਿਆ ਵੀ ਹੋਏਗਾ। ਅਗਰ એનર્ਜੀ ਨੂੰ ਮੋਮੈਂਟਮ ਨੂੰ એનર્ਜੀ ਕਨਵਰਟ ਕਰ ਰਹੇ ਹਾਂ तो m ਇੱਥੇ ਕੀ ਹੈ ਬੇਟਾ, ਇਟ ਇਜ਼ ਦੀ ਰੈਸਟ ਮਾਸ ਆਫ ਦੀ ਨਿਊਕਲੀਅਨ, ਚਾਹੇ ਪ੍ਰੋਟੋਨ ਹੈ ਚਾਹੇ ਤੁਹਾਡਾ ਨਿਊਟਰੋਨ ਹੈ। ਸੋ ਰੈਸਟ ਮਾਸ ਆਫ ਦੀ ਪ੍ਰੋਟੋਨ ਆਪਾਂ ਫਿਲ ਆਊਟ ਕਰ ਦਿੱਤਾ, ਇਟ ਇਜ਼ 1.67 × 10⁻27 ਕਿਲੋਗ੍ਰਾਮ। c ਤੁਹਾਡੀ ਕੀ ਹੋਏਗੀ ਬੇਟਾ, ਸਪੀਡ ਆਫ ਲਾਈਟ ਹੋਏਗੀ (4) ਇੱਧਰ c² ਹੋ ਜਾਏਗਾ ਪਾਵਰ ਸਕੁਅਰ ਇਨਟੂ p² ਦੀ ਕੀ ਹੋ ਜਾਏਗਾ ਬੇਟਾ, ਉਹਦੀ ਵੈਲਿਊ ਆਪਾਂ ਪੁੱਟ ਆਊਟ ਕੀਤੀ ਹੋਈ ਹੈ। ਹੋ ਸਕਦਾ ਮੇਰੇ ਖਿਆਲ ਇੱਥੇ ਗਲਤੀ ਕੀਤੀ ਹੋਈ ਹੈ, 10⁻28 ਹੋਣਾ ਚਾਹੀਦਾ ਸੀ, 20 ਲਿਖਿਆ ਹੋਇਆ, ਸੋ ਇਹਨੂੰ ਕਰੈਕਟ ਕਰ ਲਿਓ। ਸੋ ਅਗਰ ਆਪਾਂ ਇਹਨੂੰ ਕਨਵਰਟ ਕਰਾਂਗੇ ਤਾਂ એનર્ਜੀ ਦੀ ਵੈਲਿਊ ਜਿਹੜੀ ਆਏਗੀ ਇਟ ਸ਼ੁੱਡ ਬੀ 940 ਮੈਗਾ ਇਲੈਕਟ੍ਰੋਨ ਵੋਲਟ ਦੇ ਬਰਾਬਰ ਹੋਣੀ ਚਾਹੀਦੀ ਹੈ। ਸੋ એનર્ਜੀ ਆਫ ਪ੍ਰੋਟੋਨ ਔਰ ਨਿਊਕਲੀਅਨ ਇਨਸਾਈਡ ਦੀ ਨਿਊਕਲੀਅਸ, ਇਹਦੀ એનર્ਜੀ 940 MeV ਦੇ ਬਰਾਬਰ ਹੋਣੀ ਚਾਹੀਦੀ ਹੈ, ਵਿਚ ਇਜ਼ ਸਲਾਈਟਲੀ ਗ੍ਰੇਟਰ ਦੈਨ ਦੀ ਰੈਸਟ ਮਾਸ એનર્ਜੀ ਆਫ ਅ ਪ੍ਰੋਟੋਨ ਦੈਟ ਇਜ਼ 938 MeV। ਸੋ ਆਪਣੀ ਜਿਹੜੀ ਪ੍ਰੋਟੋਨ ਦੀ ਰੈਸਟ ਮਾਸ એનર્ਜੀ ਹੁੰਦੀ ਹੈ ਉਹ 938 MeV ਦੇ ਬਰਾਬਰ ਹੁੰਦੀ ਹੈ। लेकिन ਆਪਾਂ ਜਿਹੜੀ ਅਗਰ ਆਪਾਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰੀਏ ਕਿ ਪ੍ਰੋਟੋਨ ਇਨਸਾਈਡ ਦੀ ਨਿਊਕਲੀਅਸ ਐਗਜ਼ਿਸਟ ਕਰੇਗਾ ਤਾਂ ਉਹਦੀ એનર્ਜੀ 940 MeV ਦੇ ਅਰਾਊਂਡ ਐਗਜ਼ਿਸਟ ਕਰਨੀ ਚਾਹੀਦੀ ਹੈ। ਸੋ ਇਟ ਇਜ਼ ਅਪਰੋਕਸੀਮੇਟਲੀ ਸੇਮ। ਸੋ ਇਸ ਕਰਕੇ ਆਪਣੇ ਕੋਲ ਕੀ ਹੈ ਬੇਟਾ, ਆਪਣੇ ਕੋਲ ਇਹ ਚੀਜ਼ ਵੈਰੀਫਾਈ ਹੋ ਜਾਂਦੀ ਹੈ ਬਿਕੋਜ਼ ਥੀਸ ਵੈਲਿਊਜ਼ ਆਰ ਆਲਮੋਸਟ ਸੇਮ। ਸੋ ਪ੍ਰੋਟੋਨਸ ਐਂਡ ਨਿਊਟਰੋਨਸ ਕੈਨ ਐਗਜ਼ਿਸਟ ਇਨਸਾਈਡ ਦੀ ਨਿਊਕਲੀਅਸ। ਸੋ ਇਸ ਕਰਕੇ ਆਪਣੇ ਕੋਲ ਇਹ ਚੀਜ਼ਾਂ ਆ ਜਾਂਦੀਆਂ ਬੇਟਾ। ਇੱਕ ਮਿੰਟ ਬੇਟਾ, कुछ हो गया है, रोटेट करना पड़ेगा ना। सो इस तो बाद अगला कंसेप्ट ਇਹਦੇ ਵਿੱਚ ਆ ਜਾਂਦਾ ਹੈ ਨਿਊਕਲੀਅਰ ਸਪਿਨ ਦੀ ਕੰਸੈਪਟ ਆ ਜਾਂਦਾ ਹੈ। ਸੋ ਨਿਊਕਲੀਅਰ ਸਪਿਨ ਕੀ ਹੋਏਗੀ ਬੇਟਾ, ਇਹਨੂੰ ਮੈਂ ਜ਼ੂਮ ਕਰਾਂਗਾ।
ਸੋ ਨਿਊਕਲੀਅਰ ਸਪਿਨ ਕੀ ਹੁੰਦੀ ਹੈ, ਆਪਾਂ ਨੂੰ ਪਤਾ ਹੈ ਕਿ ਜਿਹੜੀ ਨਿਊਕਲੀਅਰ ਸਪਿਨ ਹੈ ਉਹ ਹਾਫ ਇੰਟੈਗਰਲ ਸਪਿਨ ਹੁੰਦੀ ਹੈ। ਆਲ ਦੀ ਨਿਊਕਲੀਅਸ ਆਰ ਫਰਮਿਓਨਸ, ਇਸ ਕਰਕੇ ਇਹਨੂੰ ਆਪਾਂ h×2 ਦੀ ਇਹਦੀ ਸਪਿਨ ਅਸਾਈਨ ਕਰਦੇ ਹਾਂ, ਚਾਹੇ ਪ੍ਰੋਟੋਨ ਹੈ ਚਾਹੇ ਨਿਊਟਰੋਨ ਹੈ। ਸੋ ਅਗਰ ਆਪਣੇ ਕੋਲ ਕੀ ਹੋਏਗਾ, ਅਗਰ ਆਪਣੇ ਕੋਲ ਟੋਟਲ ਨੰਬਰ ਆਫ ਨਿਊਕਲੀਅਸ ਈਵਨ ਹੋਣਗੇ, ਨੰਬਰ ਆਫ ਈਵਨ ਹੋਣਗੇ, ਜਿਸ ਤਰ੍ਹਾਂ 4 ਹੋ ਗਏ ਜਾਂ 8 ਹੋ ਗਏ ਜਾਂ 10 ਹੋ ਗਏ, ਤਾਂ ਆਪਣੇ ਕੋਲ ਕੀ ਹੋਏਗਾ, ਤਾਂ ਸਪਿਨ ਜਿਹੜੇ ਨਿਊਕਲੀਅਰ ਸਪਿਨ ਹੈ ਉਹ ਪੇਅਰ ਅਪ ਹੋ ਕੇ ਆਪਣੇ ਕੋਲ ਰਿਜ਼ਲਟੈਂਟ ਨਿਊਕਲੀਅਰ ਸਪਿਨ ਜਿਹੜੀ ਹੈ ਉਹ 0 ਦੇ ਦੇਣਗੇ ਐਂਡ ਅਲਟੀਮੇਟਲੀ ਆਪਣੇ ਕੋਲ ਐਂਗੂਲਰ ਮੋਮੈਂਟਮ 0 ਹੋ ਜਾਏਗਾ ਮੋਸਟਲੀ। तो बैलेंस पेयर न्यूक्लियर एग्जिस्ट नहीं करेगा। सो हाफ इंटेग्रल या फुल इंटेग्रल जी है, मल्टीपल इंटेग्रल स्पिन हैगी है, वो कौन डिसाइड करेगा, नंबर ऑफ न्यूक्लियस डिसाइड करने, दैट विल बी मास नंबर ए। इफ ए इज इवन और ऑड ਤਾਂ ਤੁਹਾਡੇ ਕੋਲ ਇੰਟੈਗਰਲ ਔਰ ਹਾਫ ਇੰਟੈਗਰਲ ਸਪਿਨਸ ਆਣਗੀਆਂ। ਸੋ ਉੱਥੋਂ ਆਪਣੇ ਕੋਲ ਇਹ ਚੀਜ਼ ਵੈਰੀਫਾਈ ਹੋ ਜਾਂਦੀ ਜਿਹੜੀ ਕਿ ਐਕਸਪੈਰੀਮੈਂਟਲੀ ਮੋਸਟ ਆਫ ਦੀ ਨਿਊਕਲੀਅਸ ਦੇ ਵਿੱਚ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਨਿਊਕਲੀਅਰ ਮੈਗਨੈਟਿਕ ਮੂਵਮੈਂਟਸ ਜਿਹੜੀਆਂ ਹੈਗੀਆਂ, ਆਪਾਂ ਨੂੰ ਇੱਕ ਚੀਜ਼ ਪਤਾ ਹੈ, ਚਾਹੇ ਪ੍ਰੋਟੋਨ ਐਂਡ ਨਿਊਟਰੋਨ ਦਾ ਸਾਈਨ ਜਿਹੜਾ ਕਿ ਆਪਾਂ ਦੇਖਿਆ ਸੀ ਕਿ ਮੈਗਨੈਟਿਕ ਮੂਵਮੈਂਟ ਦਾ ਡਿਫਰੈਂਟ ਹੁੰਦਾ ਹੈ, ਲੇਕਿਨ ਉਹਨਾਂ ਦਾ ਮੈਗਨੀਟਿਊਡ ਆਲਮੋਸਟ ਸੇਮ ਹੈ। ਇੱਕ ਦਾ 2.9 ਹੈ, ਇੱਕ ਦਾ 1.9 ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਇਸ ਕਰਕੇ ਜਿਹੜੇ ਮੈਗਨੈਟਿਕ ਮੂਵਮੈਂਟਸ ਜਿਹੜੀਆਂ ਦੇਖੀਆਂ ਗਈਆਂ ਦੇ ਆਰ ਆਲਮੋਸਟ ਆਫ ਦੀ ਸੇਮ ਆਰਡਰ, ਇਸ ਕਰਕੇ ਪ੍ਰੋਟੋਨ ਐਂਡ ਨਿਊਟਰੋਨ ਇਨਸਾਈਡ ਦੀ ਨਿਊਕਲੀਅਸ ਐਗਜ਼ਿਸਟ ਕਰ ਸਕਦੇ ਹਨ। तीसरी गल की है बेटा, फाइनाइट साइज की है, since neutrons have nearly the same mass as that of the proton and total number of nucleons is the same equal to mass number, ਤਾਂ ਇਸ ਕਰਕੇ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਨਿਊਟਰੋਨ ਐਂਡ ਪ੍ਰੋਟੋਨ ਇਨਸਾਈਡ ਦੀ ਨਿਊਕਲੀਅਸ ਐਗਜ਼ਿਸਟ ਕਰ ਸਕਦੇ ਹਨ ਬਿਕਾਜ਼ ਆਫ ਦੀ ਫਾਈਨਾਈਟ ਸਾਈਜ਼ ਆਫ ਦੀ ਨਿਊਟਰੋਨਸ ਐਂਡ ਪ੍ਰੋਟੋਨਸ। ਉਸ ਤੋਂ ਬਾਅਦ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਬੇਟਾ, ਬੀਟਾ ਡਿਕੇ। ਪਹਿਲਾਂ ਸੋਚਿਆ ਜਾਂਦਾ ਸੀ ਕਿ ਇਲੈਕਟ੍ਰੋਨ ਹੀ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਕਰਦੇ ਆ, ਲੇਕਿਨ ਬੀਟਾ ਡਿਕੇ ਨੇ ਇਹ ਸਾਰੀ ਥਿਊਰੀ ਨੂੰ ਬ੍ਰੇਕ ਡਾਊਨ ਕਰ ਦਿੱਤਾ। ਸੋ ਇਹ ਪੋਸਟੂਲੇਟ ਜਿਹੜਾ ਸੀ ਜਦੋਂ ਕਨਫਰਮ ਹੋਇਆ ਸੀ ਤਾਂ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਹੋ ਗਈ ਕਿ ਨਿਊਟਰੋਨ ਐਗਜ਼ਿਸਟ ਕਰਦਾ ਹੈ ਇਨਸਾਈਡ ਦੀ ਨਿਊਕਲੀਅਸ ਰਾਦਰ ਦੈਨ ਇਲੈਕਟ੍ਰੋਨ। ਇਹਦੇ ਵਿੱਚ ਕੀ ਹੁੰਦਾ ਹੈ ਬੇਟਾ, ਜਿਸ ਵੇਲੇ ਨਿਊਟਰੋਨ ਹੈ, ਨਿਊਟਰੋਨ ਅਨਸਟੇਬਲ ਪਾਰਟੀਕਲ ਹੈ, ਇਹਦੀ ਹਾਫ ਲਾਈਫ ਜਿਹੜੀ ਹੈ 12 ਮਿੰਟ ਦੇ ਬਰਾਬਰ ਹੁੰਦੀ ਹੈ। ਸੋ ਇਸ ਵੇਲੇ ਜਦੋਂ ਵੀ ਨਿਊਟਰੋਨ ਫ੍ਰੀ ਨਿਊਟਰੋਨ ਜਿਹੜਾ ਹੈ ਉਹ ਬ੍ਰੇਕ ਡਾਊਨ ਕਰੇਗਾ ਤਾਂ ਡਿਕੇ ਕਰੇਗਾ ਤਾਂ ਹਮੇਸ਼ਾ ਇੱਕ ਪ੍ਰੋਟੋਨ ਬਣਾਏਗਾ, ਇੱਕ ਇਲੈਕਟ੍ਰੋਨ ਬਣਾਏਗਾ ਐਂਡ ਇੱਕ ਐਂਟੀ ਨਿਊਟ੍ਰੀਨੋ ਬਣਾਏਗਾ। ਇਹ ਬੀਟਾ ਡਿਕੇ ਦੀ ਥਿਊਰੀ ਦੇ ਅਕੋਰਡਿੰਗਲੀ ਵੈਰੀਫਾਈ ਹੋ ਚੁੱਕਾ ਹੈ। अगर तुसी इन्हें उल्टा कर लो, बैक रिएक्शन कर लो, तो प्रोटोन की हो जाएगा, प्रोटोन एक न्यूट्रॉन बनाएगा, इलेक्ट्रॉन जो दूसरी साइड जाएगा तो पॉजिट्रॉन बन जाएगा। अगर एंटी न्यूट्रिनो जो है दूसरी साइड जाएगा तो न्यूट्रिनो बन जाएगा। सो ये दोनों रिएक्शंस पॉसिबल